ਤੋਂ ਪਹਿਲਾਂ ਖਬਰ ਲੰਬੀ ਦੇ ਵਿੱਚ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਔਰ ਨੈਸ਼ਨਲ ਹਾਈਵੇ ਤੇ ਜਾਮ ਲਾਇਆ ਹੋਇਆ ਔਰ ਕਿਸਾਨਾਂ ਵੱਲੋਂ ਦਰਜ ਮਾਮਲੇ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਬੀਕੇਯੂ ਉਗਰਾਹਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਦਰਅਸਲ ਇੱਕ ਤਹਿਸੀਲਦਾਰ ਨੂੰ ਉੱਥੇ ਬੰਦਕ ਬਣਾਇਆ ਗਿਆ ਸੀ ਔਰ ਪਟਵਾਰੀ ਵੀ ਕਿਸਾਨਾਂ ਦੇ ਖਿਲਾਫ ਹੜਤਾਲ ਤੇ ਉਤਰ ਆਏ ਨੇ ਔਰ ਉਧਰ ਪਟਵਾਰੀਆਂ ਨੇ ਵੀ ਕਿਸਾਨਾਂ ਦੇ ਖਿਲਾਫ ਹੜਤਾਲ ਕਰ ਦਿੱਤੀ ਹੈ। ਸੋ ਇੱਕ ਤਰੀਕੇ ਨਾਲ ਪਟਵਾਰੀ ਤੇ ਕਿਸਾਨਾਂ ਦੇ ਵਿਚਕਾਰ ਇਹ ਕਲੈਸ਼ ਹੋ ਗਿਆ ਹੈ। ਬੀਕੇਯੂ ਉਗਰਾਹਾਂ ਜਥੇਬੰਦੀ ਹੈ ਜਿਸ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰ ਬੀਕੇਯੂ ਉਗਰਾਹਾਂ ਇਹ ਕਹਿ ਰਹੀ ਹੈ ਕਿ ਕਿਸਾਨਾਂ ਤੇ ਦਰਜ ਜਿਹੜੇ ਪਰਚੇ ਨੇ ਜਾਂ ਦਰਜ ਕੇਸ ਨੇ ਉਹ ਵਾਪਸ ਲਏ ਜਾਣ। ਲੰਬੀ ਹਲਕੇ ਦੇ ਵਿੱਚ ਇਹ ਪ੍ਰੋਟੈਸਟ ਜਾਰੀ ਹੈ। ਤੇ ਉਧਰ ਸੂਬੇ ਭਰ ਚ ਪਟਵਾਰੀਆਂ ਅਤੇ ਕਾਨੂੰਗੋ ਨੇ ਵੀ ਹੜਤਾਲ ਕੀਤੀ ਹੈ। ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੇ ਗਏ ਨੇ ਔਰ ਉਹਨਾਂ ਦਾ ਦੋਸ਼ ਹੈ ਕਿ ਬੀਕੇਯੂ ਉਗਰਾਹਾਂ ਦੇ ਰਵੱਈਏ ਕਰਕੇ ਉਹਨਾਂ ਨੇ ਰੋਸ ਜਤਾਇਆ ਹੈ ਕਿਉਂਕਿ ਕੱਲ ਕਿਸਾਨਾਂ ਨੇ ਇੱਕ ਤਹਿਸੀਲਦਾਰ ਨੂੰ ਬੰਦੀ ਬਣਾ ਰੱਖਿਆ ਸੀ। ਦਰਅਸਲ ਮੁਆਵਜ਼ੇ ਦੀ ਮੰਗ ਕਰ ਰਹੇ ਸੀ ਇਹ ਕਿਸਾਨ। ਉਸ ਮੌਕੇ ਤੇ ਤਹਿਸੀਲਦਾਰ ਨੂੰ ਬੰਦੀ ਬਣਾ ਲਿਆ ਗਿਆ, ਇਹ ਪਟਵਾਰੀਆਂ ਦਾ ਕਹਿਣਾ ਹੈ ਔਰ ਉਸ ਤੋਂ ਬਾਅਦ ਪਟਵਾਰੀ ਹੜਤਾਲ ਤੇ ਚਲੇ ਗਏ। ਉਗਰਾਹਾਂ ਜਥੇਬੰਦੀ ਤੇ ਇਹ ਇਲਜ਼ਾਮ ਲਗਾਏ ਗਏ ਪਟਵਾਰੀਆਂ ਵੱਲੋਂ। ਤੁਹਾਨੂੰ ਬਿਲਕੁਲ ਸਪਸ਼ਟ ਹੈ ਜੀ, ਸਾਡਾ ਜਿਹੜਾ ਕਾਰਨ ਆ ਕਿ ਪੰਜਾਬ ਦੇ ਵਿੱਚ ਅਸੀਂ 3000 ਖਾਲੀ ਅਸਾਮੀਆਂ ਦੇ ਬਾਵਜੂਦ ਕਿਸਾਨਾਂ ਦੇ ਮਸਲੇ ਹੱਲ ਕਰ ਰਹੇ ਹਾਂ, ਚਾਹੇ ਉਹ ਖਰਾਬੇ ਦਾ ਕੰਮ ਹੋਵੇ, ਚਾਹੇ ਉਹ ਕੁਦਰਤੀ ਆਫਤ ਦਾ ਹੋਵੇ, ਚਾਹੇ ਕੋਈ ਵੀ ਕੰਮ ਹੋਵੇ। ਰੈਵਨਿਊ ਦਾ ਸਾਰਾ ਕੰਮ ਚੱਲ ਰਿਹਾ, ਪਰ ਜੋ ਕੱਲ੍ਹ ਦੀ ਘਟਨਾ ਸਿਰਫ ਉਹ ਘਟਨਾਕ੍ਰਮ ਜਿਹੜਾ ਹੋਇਆ, ਨਾ ਤਾਂ ਇਹ ਕੋਈ ਪਹਿਲਾ ਧਰਨਾ ਸੀ ਨਾ ਇਹ ਕੋਈ ਆਖਰੀ ਧਰਨਾ। ਇਹ ਧਰਨੇ ਮੁਜ਼ਾਹਰੇ ਕਰਨਾ ਅਸੀਂ ਵੀ ਆਪਣੇ ਹੱਕਾਂ ਵਾਸਤੇ ਕਰਦੇ ਹਾਂ। ਅਸੀਂ ਹੱਕਾਂ ਵਾਸਤੇ ਜਿਹੜੇ ਧਰਨੇ ਮੁਜ਼ਾਹਰੇ ਹੋਏ ਨੇ ਪਹਿਲਾਂ, ਚਾਹੇ ਉਹ ਖੇਤੀ ਕਾਨੂੰਨ ਨੂੰ ਰੱਦ ਕਰਾਉਣ ਵਾਸਤੇ ਹੋਇਆ ਸੀ, ਉਹ 'ਚ ਵੀ ਕਿਸਾਨ ਜਥੇਬੰਦੀ ਨੇ ਵੱਧ ਚੜ੍ਹ ਕੇ ਸਾਥ ਦਿੱਤਾ। ਸਾਡਾ ਕੋਈ ਕਿਸਾਨ ਜਥੇਬੰਦੀ ਨਾਲ ਕੋਈ ਸਾਡਾ ਗਿਲਾ ਸ਼ਿਕਵਾ ਨਹੀਂ, ਪਰੰਤੂ ਜੋ ਉਹਨਾਂ ਦਾ ਤਰੀਕਾ ਸੀਗਾ ਉਹ ਬਿਲਕੁਲ ਗਲਤ ਸੀ ਕਿਉਂਕਿ ਜੋ ਸਰਕਾਰ ਦੀਆਂ ਹਦਾਇਤਾਂ ਨੇ ਉਹਦੇ ਵਿੱਚ ਨਾ ਕੋਈ ਪਟਵਾਰੀ ਦਾ ਰੋਲ ਆ। ਪਟਵਾਰੀ ਨੇ ਆਪਣਾ ਕੰਮ ਸਹੀ ਕਰਤਾ, ਕਾਨੂੰਗੋ ਸਾਹਿਬ ਨੇ ਸਹੀ ਕਰਤਾ, ਸੀਆਰਓ ਨੇ ਸਹੀ ਕਰਤਾ। ਜੋ ਉਹਨਾਂ ਦੀ ਇਹ ਗੱਲ ਹੈਗੀ ਆ ਕਿ ਮੁਆਵਜ਼ਾ ਸਾਨੂੰ ਘੱਟ ਮਿਲ ਰਿਹਾ, ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਤੁਸੀਂ ਉਹਨੂੰ ਵੱਧ ਮੁਆਵਜ਼ਾ ਦਿਓ ਤੇ ਉਹਨਾਂ ਨੂੰ ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਸਰਕਾਰ ਨਾਲ ਲੜਾਈ ਲੜੋ। ਜੋ ਸਾਡੇ ਕੰਮ ਦੇ ਵਿੱਚ ਕੋਈ ਫਰਕ ਆ, ਸਾਡੇ ਕਿਸੇ ਪਟਵਾਰੀ ਨੇ ਕੋਈ ਗਲਤ ਕੰਮ ਕੀਤਾ ਜਾਂ ਕਿਸੇ ਨੂੰ ਕੋਈ ਹਰਾਸਮੈਂਟ ਕੀਤੀ ਆ ਤਾਂ ਅਸੀਂ ਉਸ ਗੱਲ ਦੇ ਜ਼ਿੰਮੇਵਾਰ ਹਾਂ। ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਦਾ, ਇਹ ਆਸਰ ਮੈਨੂੰ ਤੁਹਾਡੇ ਬਿਆਨ ਦਾ ਲੱਗਦਾ ਜਿਹੜਾ ਕਿ ਤੁਸੀਂ ਮਾਨਸਾ ਬਿਆਨ ਦਿੱਤਾ ਵੀ ਗਿਰਦਾਵਰੀ ਬਾਅਦ 'ਚ ਹੁੰਦੀ ਰਹੂਗੀ, ਅਸੀਂ ਮੁਆਵਜ਼ਾ ਦੇ ਦਾਂਗੇ। ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਸਾਡੀ ਗਿਰਦਾਵਰੀ ਕਰਾਏ ਬਿਨਾਂ ਜੇਕਰ ਤੁਸੀਂ ਕਿਸਾਨਾਂ ਨੂੰ 20,000 ਰੁਪਏ ਦੇ ਦੇਣੇ ਹੋ ਤਾਂ ਦਿਓ, ਅਸੀਂ ਬੜੇ ਖੁਸ਼ ਹਾਂ ਇਸ ਗੱਲ 'ਚ। ਪਰ ਸਾਡੇ ਰੈਵਨਿਊ ਰਿਕਾਰਡ ਦੇ ਵਿੱਚ ਅਸੀਂ ਜਿੰਨਾ ਚਿਰ ਕੋਈ ਸੋਧ ਨਹੀਂ ਹੁੰਦੀ, ਅਸੀਂ ਆਪਣੇ ਹਦਾਇਤਾਂ ਦੇ ਮੁਤਾਬਕ ਕਾਨੂੰਨ ਦੇ ਉਲਟ ਜਾ ਕੇ ਕੋਈ ਕੰਮ ਨਹੀਂ ਕਰਾਂਗੇ। ਤਾਂ ਪਟਵਾਰੀਆਂ ਵੱਲੋਂ ਸਟ੍ਰਾਈਕ ਕੀਤੀ ਗਈ ਹੈ, ਹੜਤਾਲ ਤੇ ਨੇ ਪਟਵਾਰੀ। ਇੱਕ ਤਹਿਸੀਲਦਾਰ ਨੂੰ ਬੰਦੀ ਬਣਾ ਲਿਆ ਸੀ ਔਰ ਕਿਸਾਨਾਂ ਵੱਲੋਂ ਉਧਰ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਲਗਾਤਾਰ। सूरजपान साडे सहयोगी जुड़े ने फोन लाइन ते होर जानकारी दे लई। सूरज, इस वेले स्थिति की है पहला तो यह समझना चाहांगे और दूसरी गल जिहड़ी पटवारी कह रहे ने या किसान कह रहे ने, रौला किस चीज़ दा है? किस पटवारी कह रहे ने कि मुआवजे दा रौला है, असीं तां आपदे कोलों जो साडे नॉर्म्स ने वो दे सकते हैं, किसान कह रहे ने सानू मुआवजा घट मिल रहा है। असल दे विच है की कशमकश की है? देखो, सरकार ਵੱਲੋਂ मुआवजा अनाउंस कर दिता गया, उस तो बाद मुआवजा उन्हां लोकां नूं मिलना, उन्हां किसानां नूं मिलना जिन्हां दा एक्चुअल दे विच नुकसान होया है। तां इस नूं लैके सरकार ने एक फार्मूला तैयार कीता है कि जिहड़े किसान जिन्नी फसल वेचदे ने जिहदा कि जे फार्म बकायदा कट्टिया जांदा है, जे किसी किसान दे उन्नी अमाउंट दे जे फार्म कट्टे गए, भाव के उन्नी अमाउंट दी फसल विक चुकी है तो मुआवजे का हकदार नहीं है। जबकि किसान जथेबंदियां ने इस चीज़ तो औखियां ने, वो सीधा कह रही ने कि जे फॉर एग्जाम्पल जे मलोट के किसानों की गल की जाए तो जिन्ने भी एकड़ के किसान ने उन्होंने सारे किसानों को मुआवजा दिता जाए। तां करके फर्क यही है, सरकार ये कह रही है कि जे फार्म के हिसाब के आप कैलकुलेशन करिए, जे फॉर एग्जाम्पल से विजयपाल के कोले जमीन 8 किले है, 8 किले जमीन वो ऑलरेडी फसल बेच चुके हैं तो वो इस मुआवजे का हकदार नहीं है। तां करके पटवारी ने वही कह रहे हैं कि मैरिट आधार पर असीं काम करांगे, जिन्ना फसल किसान बेच चुके हैं वो मुआवजे का हकदार नहीं होणगे, जिन्हां दी फसल खराब हुई है, एक्चुअल फसल नहीं वेची उन्होंने, वो मुआवजे के हकदार ने। किते ना किते ये मेन कड़ी है जिस नूं लेके किसानां दे विच ते जिहड़े पटवारी ने उन्हां च कशमकश चल रही है। दूसरी इंटरस्टिंग तस्वीर है होर सामने आईयां ने विजय, अज जदों पटवारी डीसी दफ्तर दे धरना लाउण बैठे तो उत्थे आके
ਡੀਸੀ ਦੇ ਖਿਲਾਫ ਹੀ ਨਾਅਰੇਬਾਜ਼ੀ ਕਰ ਰਹੇ ਸੀ ਪਟਵਾਰੀ, ਔਰ ਦੂਸਰੇ ਪਾਸੇ ਡੀਸੀ ਖੁਦ ਆ ਕੇ ਧਰਨੇ 'ਚ ਬੈਠ ਗਏ ਤੇ ਡੀਸੀ ਮੁਕਤਸਰ ਖੁਦ ਆਪਦੇ ਖਿਲਾਫ ਨਾਅਰੇ ਲਾਉਣ ਲੱਗੇ ਕਿ ਡੀਸੀ ਮੁਕਤਸਰ ਮੁਰਦਾਬਾਦ, ਡੀਸੀ ਮੁਕਤਸਰ ਮੁਰਦਾਬਾਦ। ਡੀਸੀ ਇਹ ਜਿਤਾਉਣਾ ਚਾਹੁੰਦੇ ਸੀ ਕਿ ਉਹ ਆਪਦੇ ਮੁਲਾਜ਼ਮਾਂ ਦੇ ਨਾਲ ਨੇ, ਔਰ ਕਿਤੇ ਨਾ ਕਿਤੇ ਜਾ ਕੇ ਦੋ ਧੜਿਆਂ ਦੇ ਵਿੱਚ ਇਹ ਚੀਜ਼ ਵੰਡੀ ਹੋਈ। ਇੱਕ ਪਾਸੇ ਕਿਸਾਨ ਨੇ ਤੇ ਦੂਸਰੇ ਪਾਸੇ ਪਟਵਾਰੀ ਨੇ, ਪਟਵਾਰ ਯੂਨੀਅਨ ਨੇ, ਤਹਿਸੀਲਦਾਰ ਨੇ, ਉਹ ਕਿਤੇ ਨਾ ਕਿਤੇ ਆਪਦੇ ਰੁਖ ਤੇ ਅੜੇ ਹੋਏ ਨੇ। ਇਹ ਕਿਸਾਨਾਂ ਦਾ ਵਤੀਰਾ ਠੀਕ ਨਹੀਂ ਹੈ। ਅੱਛਾ, ਕਿਸਾਨ ਪਟਵਾਰੀਆਂ ਨੂੰ ਕਹਿ ਰਹੇ ਨੇ ਕਿ ਤੁਸੀਂ ਸਾਰਿਆਂ ਨੂੰ ਮੁਆਵਜ਼ਾ ਜਿਹੜਾ ਹੈ ਉਸ ਦੇ ਵਿੱਚ ਲਓ, ਸਾਰਿਆਂ ਦਾ ਖਰਾਬਾ ਦਿਖਾਓ। ਬਿਲਕੁਲ ਇਸੇ ਚੀਜ਼ ਤੇ ਅੜੇ ਹੋਏ ਨੇ। ਜਿਹੜੀ ਟੈਕਨੀਕਲੀ ਗੱਲ ਹੈ, ਡੀਸੀ ਮੁਕਤਸਰ ਦਾ ਮੇਰੀ ਕਾਫੀ ਲੰਬੀ ਗੱਲ ਹੋਈ, ਉਹੀ ਕਹਿ ਰਹੇ ਨੇ ਕਿ ਜਿਹੜੇ ਕਿਸਾਨ ਦੀ ਫਸਲ ਖਰਾਬ ਹੋਈ ਹੈ, ਜੇ ਫਸਲ ਖਰਾਬ ਹੋਈ ਹੈ ਤਾਂ ਮੰਡੀ 'ਚ ਫਸਲ ਕਿਵੇਂ ਚਲੀ ਗਈ, ਉਹਦੇ ਜੇ ਫਾਰਮ ਕਿਵੇਂ ਕੱਟੇ ਗਏ, ਆੜ੍ਹਤੀ ਨੇ ਉਹਦੀ ਅਦਾਇਗੀ ਕਿਵੇਂ ਕਰਤੀ। ਜੇ ਫਸਲ ਨਹੀਂ ਖਰਾਬ ਹੋਈ ਤਾਂ ਉਸ ਨੂੰ ਮੁਆਵਜ਼ਾ ਕਿਉਂ ਦਿੱਤਾ ਜਾਵੇ। ਇਹੀ ਕਿਤੇ ਨਾ ਕਿਤੇ ਪੇਚ ਫਸਿਆ ਹੋਇਆ। ਮੇਰੇ ਖਿਆਲ ਦੇ ਵਿੱਚ ਇਹ ਕਲੈਰਿਟੀ ਹੋਣੀ ਚਾਹੀਦੀ ਹੈ। ਸਰਕਾਰ ਨੇ ਇਸ ਗੱਲ ਨੂੰ ਕਲੀਅਰ ਕਰਨੀ ਚਾਹੀਦੀ ਕਿ ਜੇ ਫਾਰਮ ਦੇ ਆਧਾਰ ਦੇ ਹਿਸਾਬ ਨਾਲ ਤੁਸੀਂ ਫਸਲ ਵੇਚ ਚੁੱਕੇ ਹੋ, ਸਰਕਾਰ ਨੇ ਉਸਦੀ ਪੇਮੈਂਟ ਵੀ ਕਰਤੀ, ਤਾਂ ਤੁਹਾਨੂੰ ਮੁਆਵਜ਼ਾ ਕਿਸ ਗੱਲ ਦਾ? ਠੀਕ ਹੈ। ਤੇ ਇਸ ਵੇਲੇ ਸੂਰਜ ਧਰਨਾ ਹਾਲੇ ਚੱਲ ਰਿਹਾ ਜਾਂ ਆਵਾਜਾਈ ਖੁੱਲੀ ਹੈ ਜਾਂ ਹਾਲੇ ਰੋਕੀ ਹੋਈ ਹੈ ਸੜਕਾਂ? ਦੇਖੋ, ਦੋ ਧਰਨੇ ਨੇ। ਇੱਕ ਧਰਨਾ ਤਾਂ ਡੀਸੀ ਮੁਕਤਸਰ ਦੇ ਅੰਦਰ ਚੱਲ ਰਿਹਾ ਹੈਗਾ, ਡਿਪਟੀ ਕਮਿਸ਼ਨਰ ਦਫ਼ਤਰ ਦੇ ਅੰਦਰ ਚੱਲ ਰਿਹਾ, ਕਿਤੇ ਪਟਵਾਰੀ ਬੈਠੇ, ਦੂਸਰੇ ਪਾਸੇ ਕਿਸਾਨ ਨੇ। ਹਾਲਾਂਕਿ ਟ੍ਰੈਫਿਕ ਹੈ ਕਿਸਾਨਾਂ ਵਾਲਾ ਲੰਬੀ ਵਾਲਾ ਡਿਵਾਈਡ ਜ਼ਰੂਰ ਕਰ ਦਿੱਤਾ ਗਿਆ, ਔਰ ਕਿਤੇ ਨਾ ਕਿਤੇ ਜਾ ਕੇ ਦੋਵੇਂ ਪਾਸੇ ਪ੍ਰਦਰਸ਼ਨ ਨੇ ਜਿਹੜੇ ਲਗਾਤਾਰ ਫਿਲਹਾਲ ਵਿਜੇ ਹਗੇ ਤੱਕ ਜਾਰੀ ਨੇ। ਠੀਕ ਹੈ, ਧੰਨਵਾਦ ਸੂਰਜ ਇਸ ਜਾਣਕਾਰੀ ਦੇ ਲਈ। ਤਾਂ ਦੋਨੇ ਪਾਸੇ ਪ੍ਰਦਰਸ਼ਨ ਚੱਲ ਰਹੇ ਨੇ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਸਾਰੇ ਕਿਸਾਨਾਂ ਨੂੰ ਉਸ ਦੇ ਵਿੱਚ ਇਨਕਲੂਡ ਕੀਤਾ ਜਾਵੇ, ਪਰ ਪ੍ਰਸ਼ਾਸਨ ਕਹਿ ਰਿਹਾ ਕਿ ਜਿਹੜੇ ਆਪਣੀ ਫਸਲ ਵੇਚ ਚੁੱਕੇ ਨੇ, ਯਾਨੀ ਉਹਨਾਂ ਦਾ ਖਰਾਬਾ ਨਹੀਂ ਸੀ, ਇਸ ਕਰਕੇ ਉਹ ਮੁਆਵਜ਼ੇ ਦੇ ਹੱਕਦਾਰ ਨਹੀਂ ਹਨ। ਇਸ ਚੀਜ਼ ਨੂੰ ਲੈ ਕੇ ਆਪਸ ਦੇ ਵਿੱਚ ਬਹਿਸਬਾਜ਼ੀ ਜਿਹੜੀ ਹੈ ਉਹ ਹੋਈ ਹੈ। ਤੇ ਮਲੋਟ ਤੋਂ ਅਸੀਂ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਇਹ ਦਿਖਾ ਰਹੇ ਹਾਂ। ਪਟਵਾਰੀਆਂ ਦੀ ਹੜਤਾਲ ਜਿਹੜੀ ਚੱਲ ਰਹੀ ਸੀ, ਉਸ ਵੇਲੇ ਦਿਲਚਸਪ ਤਸਵੀਰ ਸਾਹਮਣੇ ਆਈ ਜਦੋਂ ਪ੍ਰਦਰਸ਼ਨ ਕਰ ਰਹੇ ਸੀ, ਜਿਸ ਦਾ ਜ਼ਿਕਰ ਹੁਣੇ ਸੂਰਜ ਭਾਨ ਕਰ ਰਹੇ ਸੀ ਕਿ ਮੁਕਤਸਰ ਦੇ ਡੀਸੀ ਪਹੁੰਚੇ, ਹਰਪ੍ਰੀਤ ਸਿੰਘ ਸੂਦਨ ਆ ਕੇ ਪਟਵਾਰੀਆਂ ਦੇ ਕੋਲ ਬੈਠੇ, ਖੁਦ ਨਾਅਰੇਬਾਜ਼ੀ ਕੀਤੀ, ਔਰ ਉਹਨਾਂ ਦੇ ਨਾਲ ਨਾਅਰੇਬਾਜ਼ੀ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਗੱਲਬਾਤ ਦੇ ਲਈ ਅੰਦਰ ਬੁਲਾ ਲਿਆ। ਇਹ ਤਸਵੀਰ ਇੱਕ ਵਾਰੀ ਅਸੀਂ ਤੁਹਾਨੂੰ ਐਂਬੀਐਂਸ ਸੁਣਾਉਣੀ ਹੈ। ਪੰਜਾਬ ਪ੍ਰਧਾਨ ਜੀ ਆਉਂਦੇ ਜੀ, मुलाजम एकता जिंदाबाद जिंदाबाद जिंदाबाद। ਜਿਹੜੇ ਵੀ ਪੰਜ ਬੰਦੇ ਆਣਾ ਚਾਹੀਦੇ ਉਹਨਾਂ ਤੋਂ ਉਸੇ ਕਰਕੇ ਜੋ ਤੁਸੀਂ ਮੰਗ ਰਹੇ ਹੋ ਸਰਕਾਰ ਪੂਰਾ। ਪੰਜਾਬ ਪ੍ਰਧਾਨ ਜੀ ਆਉਂਦੇ ਜੀ, ਪੰਜਾਬ ਪ੍ਰਧਾਨ ਜੀ ਆ ਰਹੇ। ਤਾਂ ਇਹ ਵੀ ਇੱਕ ਬੜੀ ਦਿਲਚਸਪ ਤਸਵੀਰ ਸੀ ਕਿ ਡਿਪਟੀ ਕਮਿਸ਼ਨਰ ਉਹਨਾਂ ਦੇ ਨਾਲ ਸ਼ਾਮਲ ਹੋਏ ਔਰ ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਕਮਰੇ 'ਚ ਗੱਲਬਾਤ ਕਰਨ ਦੇ ਲਈ ਬੁਲਾ ਲਿਆ। ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਦਰਸ਼ਨਕਾਰੀ ਕਿਸਾਨ ਥੋੜਾ ਸਬਰ ਰੱਖਣ। ਜਿੰਪਾ ਨੇ ਕਿਹਾ ਕਿ ਸਰਕਾਰ ਨੇ ਜੋ ਕਿਹਾ ਉਹ ਕਰੇਗੀ, ਉਹਨਾਂ ਨੂੰ ਬਣਦਾ ਮੁਆਵਜ਼ਾ ਮਿਲੇਗਾ, ਪਰ ਉਹ ਥੋੜਾ ਸਬਰ ਨਾਲ ਚੱਲੇ। ਤਾਂ ਮਾਲ ਮੰਤਰੀ ਨੇ ਬ੍ਰਹਮ ਸ਼ੰਕਰ ਜਿੰਪਾ, ਜਿਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਉਹਨਾਂ ਦੀ ਗੱਲ ਸੁਣੀ ਜਾਵੇਗੀ, ਪਰ ਉਹਨਾਂ ਨੂੰ ਥੋੜਾ ਸਬਰ ਨਾਲ ਚੱਲਣ ਦੀ ਜ਼ਰੂਰਤ ਹੈ। ਇਸ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕਰਕੇ ਉਹ ਆਪਣੀਆਂ ਗੱਲਾਂ ਨਹੀਂ ਮਨਵਾ ਸਕਦੇ। ਉਹਨਾਂ ਨੇ ਕਿਹਾ ਹੈ ਕਿ ਥੋੜਾ ਜਿਹਾ ਸਬਰ ਰੱਖਣ, ਸਰਕਾਰ ਨੇ ਜੋ ਕਿਹਾ ਉਹ ਕੀਤਾ ਜਾਏਗਾ। हाँ बिल्कुल, राती जाके मेरी नॉलेज गल आई है एक नरमे की फसल खराबा जोड़ा आप किसानों ने उत्थे लंबी हल्के दे नाल राती 12 बजे तक भी मेरे डिप्टी कमिश्नर नाल उत्थे मुक्तसर नाल गल होती रही है और उन्होंने कहा उन्होंने खैर जोड़े उन्होंने बंदे डके हुए रिलीज़ करा रहे थे और वो एवज के जोड़े पटवारी और तहसीलदार बैठे थे, लेकिन साढ़े फाइनैंशियल कमिश्नर रेवन्यू जंजुआ जी है उन्हें उन्होंने मेरी गल हुई है, उन्होंने गल हो गई है। तो देखो दोनों पक्षों को सोचना चाहिए, वो किसानों को भी थोड़ा जिहा जड़ा हिम्मत मतलब मनना चाहिए गलों कि जिहड़ियां चीज़ां सरकार के एंड तो होणियां टाइम लगता।